ਪਿਆਰੀ ਸਾਧ ਸੰਗਤ ਜੀਓ, ਆਪ ਸਭ ਨੂੰ ਜੈ ਗੁਰਦੇਵ, ਨਮਸਤੇ, ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ। ਸਭ ਨੂੰ ਕਬੂਲ ਹੋਵੇ। ਆਪਾਂ जुड़ चुके हैं इस वक्त बिल्कुल बेगमपुरा शहर को नाव ਦੇ ਨਾਲ। ਅੱਜ ਬਹੁਤ ਹੀ ਪਿਆਰੇ ਜਿਹੇ ਦਿਨ ਦੇ ਨਾਲ ਜਿਹੜਾ ਕਿ ਸਮੂਹ ਸੰਸਾਰ ਦੇ ਵਿੱਚ ਬੜੀ ਹੀ ਸ਼ਰਧਾ ਸੇਤੀ ਮਨਾਇਆ ਜਾ ਰਿਹਾ ਹੈ। ਅੰਮ੍ਰਿਤ ਵੇਲਾ सतनाम चार युगों में पास सत्संतोख तन तरो कहत पे रविदास। हस्त खेलत तेरे देहरे आया, भगत करत नामा पकड़ उठाया। ज्यो ज्यो नामा हर गुण उछरे, भगत जना को देहरा फिरे। जी हाँ, बिल्कुल प्यारे श्रोतेजनों, आप सब नूं इस महान पवित्र दिवस ते आप समूह जगत नूं, समूह श्रोतेजनां नूं बहुत बहुत बधाई होवे। अज सतगुरु नामदेव जानी कि जिन्हां नूं भगत नामदेव जी भी कहा गया है, लेकिन दास अपने वालों उन्हां नूं फुल रिस्पैक्ट देण दे लई सतगुरु जां संत नामदेव जी दे नाम नाल ही उन्हां नूं ये मुखातब करांगा। आपां भारत वतन दी धरती ਆਪਾਂ ਜਾਣਦੇ ਹਾਂ ਕਿ ਰਿਸ਼ੀਆਂ ਮੁਨੀਆਂ, ਗੁਰੂਆਂ, ਪੀਰਾਂ, ਫਕੀਰਾਂ, ਨਬੀਆਂ ਅਤੇ ਪੈਗੰਬਰਾਂ ਦੀ ਧਰਤੀ ਮੰਨੀ ਜਾਂਦੀ ਹੈ। ਆਪਾਂ ਜੇ ਪਿੱਛੇ ਨਿਗਾਹ ਮਾਰੀਏ ਤਾਂ 12ਵੀਂ ਸਦੀ ਤੋਂ ਲੈ ਕੇ 15ਵੀਂ ਸਦੀ ਤੱਕ ਦੇ ਸਮੇਂ ਨੂੰ ਭਗਤੀ ਯੁੱਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਦੋਂ ਦੁਨੀਆ ਇਹ ਯੁੱਗ ਕਦੋਂ ਆਇਆ, ਜਦੋਂ ਇਹ ਸੰਸਾਰ ਖਾਸ ਕਰਕੇ ਭਾਰਤ ਦੇ ਅੰਦਰ ਉਸ ਸਮੇਂ ਦੇ ਵਿੱਚ ਜਦੋਂ ਇਹ ਸੰਸਾਰ ਜਾਤ ਪਾਤ ਮਜ਼ਹਬ ਦੀ ਕੱਟੜਤਾ ਵਿੱਚ ਪੂਰੀ ਤਰ੍ਹਾਂ ਫਸ ਕੇ ਦੀਨ ਦੁਖੀ ਧਰਮੀਆਂ ਨੂੰ ਦੁੱਖ ਪਹੁੰਚਾ ਰਿਹਾ ਸੀ। ਤੇ ਤਾਦੀ ਕਹਿੰਦੇ ਨੇ ਕਿ ਫਿਰ ਜਦੋਂ ਅਜਿਹੀ ਹਾਲਾਤ ਹੋ ਜਾਂਦੀ ਹੈ, ਜਦੋਂ ਖੂਨ, ਤਸ਼ੱਦਦ, ਬੇਰਹਿਮੀ ਇਸ ਧਰਤੀ ਤੇ ਅਨਿਆਂ ਫੈਲ ਜਾਵੇ, ਘੋਰ ਹਨੇਰ ਹੋ ਜਾਵੇ, ਤਾਂ ਫਿਰ ਕਹਿੰਦੇ ਨੇ ਕਿ ਕਿਸੇ ਧਰਮੀ ਰੂਹਾਂ ਨੂੰ ਇਸ ਧਰਤੀ ਤੇ ਜਨਮ ਲੈਣਾ ਪੈਂਦਾ ਹੈ। ਅਜਿਹੀ ਜ਼ਾਲਮਤਾਂ ਨੂੰ ਠੱਲ ਪਾਉਣ ਦੇ ਲਈ ਭਾਰਤ ਦੀ ਧਰਤੀ ਤੇ ਉਸ ਯੁੱਗ ਨੂੰ ਲੈ ਕੇ ਉਹ ਮਹਾਪੁਰਸ਼ ਆਏ ਜਿਸ ਨੇ ਸਭੀ ਅੰਧਕਾਰ ਦੂਰ ਭਜਾਏ। ਉਸ ਯੁੱਗ ਦੇ ਇਹ ਜੋ ਥੰਮ ਸਨ, ਉਹ ਥੰਮ ਸਿੱਖ ਧਰਮ ਦੇ ਬਿਲਕੁਲ ਥੰਮ ਬਣ ਕੇ ਆਏ। ਇਸ ਗੱਲ ਤੋਂ ਇਨਕਾਰਿਆ ਨਹੀਂ ਜਾ ਸਕਦਾ। ਤੋ ਉਸ ਯੁੱਗ ਨੂੰ ਲੈ ਕੇ ਜਦੋਂ ਅੰਧਕਾਰ ਮਚਿਆ ਹੋਇਆ ਸੀ, ਉਸ ਨੂੰ ਠੱਲ ਪਾਉਣ ਦੇ ਲਈ ਉਸ ਯੁੱਗ ਦੇ ਵਿੱਚ, ਜਿਹਨੂੰ ਆਪਾਂ ਜੇ ਥੋੜ੍ਹੀ ਜਿਹੀ ਡੂੰਘਾਈ ਵਿੱਚ ਦੇਖੀਏ ਤਾਂ ਇਸ 12ਵੀਂ ਸਦੀ ਤੋਂ ਲੈ ਕੇ 15ਵੀਂ ਸਦੀ ਤੱਕ ਕਿੰਨੇ ਫਿਰ ਜਿਹਨੂੰ ਭਗਤੀ ਜੋ ਕਹਿੰਦੇ ਨੇ, ਭਗਤੀ ਤੋਂ ਭਾਵ ਹੈ ਇੱਕ ਸੱਚ ਦਾ ਯੁੱਗ, ਇੱਕ ਸੱਚਖੰਡ। ਸੱਚਖੰਡ ਤਾਂ ਸੋਨੇ ਚਾਂਦੀਆਂ ਦਾ ਨਹੀਂ, ਸੱਚਖੰਡ ਇੱਕ ਸੱਚਾਈ ਦਾ, ਰੂਹਾਨੀਅਤ ਦਾ, ਸੱਚ ਤੇ ਚੱਲਣ ਵਾਲਿਆਂ ਦਾ, ਉਹਨੂੰ ਸੱਚਖੰਡ ਕਹਿੰਦੇ ਨੇ।
ਤੇ ਉਹ ਸੱਚਖੰਡ ਦਾ ਇਹ ਜੋ ਫਲਸਫਾ, ਇਸ ਕਿਉਂਕਿ ਉਦੋਂ ਹੋਰ ਕੋਈ ਨਾਮ ਹੀ ਨਹੀਂ ਸੀ, ਤੇ ਉਹਨਾਂ ਭਗਤਾਂ ਨੇ ਆਪਣੀ ਨਿਮਰਤਾ ਦੇ ਨਾਲ ਉਸ ਪਰਮਾਤਮਾ ਦੇ ਅੱਗੇ ਆਪਣੇ ਆਪ ਨੂੰ ਭਗਤ ਮੰਨਿਆ ਹੈ। ਭਾਵ ਕਿ ਉਹਨਾਂ ਨੇ ਆਪਣੇ ਆਪ ਨੂੰ ਇੰਨੇ ਅਧੀਨ, ਇੰਨੇ ਨਿਮਾਣੇ ਹੋ ਕੇ ਦੱਸਿਆ ਹੈ ਕਿ ਅਸੀਂ ਤੇਰੇ ਭਗਤ ਹਾਂ। ਤਾਂ ਉਹਨਾਂ ਭਗਤਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਤਾਂ ਉਹ ਸੰਤ ਜਨ ਕੌਣ ਸਨ ਜਿਨ੍ਹਾਂ ਨੂੰ ਆਪਾਂ ਭਗਤ ਵੀ ਕਹਿੰਦੇ ਹਾਂ, ਲੇਕਿਨ ਦਾਸ ਪਹਿਲੇ ਅੱਜ ਕਰ ਚੁੱਕਾ ਹੈ ਕਿ ਦਾਸ ਉਹਨਾਂ ਨੂੰ ਸੰਤ ਜਾਂ ਸਤਿਗੁਰੂ ਦੇ ਇਸ ਆਦਰ ਸਹਿਤ ਉਹਨਾਂ ਨੂੰ ਇਹ ਮਾਣ ਦੇਵੇਗਾ। ਕੋਸ਼ਿਸ਼ ਕਰਾਂਗਾ ਕਿ ਜੀਵਾ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦੇ ਸਕੇ। ਤੋ ਇਸ ਕਰਕੇ ਉਸ ਸਮੇਂ ਦੇ ਵਿੱਚ ਜਿੰਨੇ ਵੀ ਸੰਤ ਜਨ ਆਏ, ਸੰਤ ਸਦਨਾ ਜੀ, ਸਦਨਾ, ਸੈਨ, ਧੰਨਾ ਜੀ, ਨਾਮਦੇਵ, ਕਬੀਰ, ਤਿਲੋਚਨ, ਗੁਰੂ ਰਵਿਦਾਸ ਅਤੇ ਗੁਰੂ ਨਾਨਕ ਅਤੇ ਆਦਿ ਇਸ ਭਗਤੀ ਯੁੱਗ ਦੇ ਵਿੱਚ ਆਏ ਤੇ ਉਹਨਾਂ ਨੇ ਵੱਖ-ਵੱਖ ਸਮਿਆਂ ਦੇ ਅੰਦਰ ਆਪਣੇ ਜੋ ਰੂਹਾਨੀ ਨੂਰ ਜੋਤ ਪ੍ਰਗਟਾਏ, ਭਾਵ ਕਿ ਸੱਚਖੰਡ ਦੀ ਆਵਾਜ਼ ਦਿੱਤੀ, ਸਤਨਾਮ ਦਾ ਫਲਸਫਾ ਦਿੱਤਾ। ਉਹਨਾਂ ਵਿੱਚੋਂ ਅੱਜ ਆਪਾਂ ਬਿਲਕੁਲ ਵਿਚਾਰ ਕਰ ਰਹੇ ਹਾਂ। ਅੱਜ ਉਹਨਾਂ ਦੇ ਮਹਾਨ ਪਵਿੱਤਰ ਦਿਨ, ਪ੍ਰਗਟ ਦਿਨ ਤੇ ਸੰਤ ਨਾਮਦੇਵ ਜੀ ਮਹਾਰਾਜ, ਮੈਂ ਉਹਨਾਂ ਨੂੰ ਸੰਤ ਜਾਂ ਸਤਿਗੁਰ ਦੇ ਨਾਮ ਨਾਲ ਹੀ ਮੁਖਾਤਬ ਕਰਾਂਗਾ। ਤੋ ਬਿਲਕੁਲ ਸੰਤ ਨਾਮਦੇਵ ਜੀ, ਆਪਾਂ ਉਹਨਾਂ ਦੇ ਥੋੜ੍ਹੇ ਜਿਹੇ ਜੀਵਨ ਦੇ ਬਾਰੇ ਵਿੱਚ, ਉਹਨਾਂ ਦੇ ਜੀਵਨ ਬਿਰਤਾਂਤਾਂ ਤੱਕ, ਉਹਨਾਂ ਦੀ ਬਾਣੀ ਤੱਕ ਆਪਾਂ ਵਿਚਾਰ ਸਾਂਝੇ ਕਰ ਰਹੇ ਹਾਂ। ਸੰਤ ਭਾਵ ਸਤਿਗੁਰ ਨਾਮਦੇਵ ਜੀ ਮਹਾਰਾਸ਼ਟਰ ਦੇ ਉਹਨਾਂ 5 ਪ੍ਰਸਿੱਧ ਸੰਤਾਂ ਵਿੱਚੋਂ ਇੱਕ ਮਹਾਨ ਸੰਤ ਸਨ, ਜੋ ਕਿ ਸੰਤ ਤਿਲੋਚਨ ਅਤੇ ਗਿਆਨੇਸ਼ਵਰ ਦੇ ਸਮਕਾਲੀ ਸਨ। ਸੰਤ ਨਾਮਦੇਵ ਜੀ, ਆਪ ਜੀ ਦਾ ਪ੍ਰਗਟਾ 13ਵੀਂ ਸਦੀ ਦੇ ਅੰਦਰ, ਜਾਣੀ ਕਿ 26 ਅਕਤੂਬਰ 1270 ਈਸਵੀ ਨੂੰ ਮਹਾਰਾਸ਼ਟਰ ਦੇ ਇੱਕ ਪਿੰਡ ਨਰਸੀ ਬਾਮਨੀ, ਜਿਹਨੂੰ ਹਿੰਗੋਲੀ ਦੇ ਵਿੱਚ ਪਿਤਾ ਦਾਮਾ ਸੇਠ ਜੀ ਅਤੇ ਮਾਤਾ ਗੁਨਾਈ ਜੀ ਦੇ ਘਰ ਹੋਇਆ। ਪਰ ਕਈਆਂ ਦਾ ਮਤ ਹੈ ਕਿ ਉਹ 29 ਅਕਤੂਬਰ ਸਨ 1275 ਵਿੱਚ ਉਹਨਾਂ ਨੇ ਜਨਮ ਲਿਆ। ਹਰ ਇੱਕ ਦਾ ਆਪੋ ਆਪਣਾ ਜਨਮ ਹੈ, ਵਿਚਾਰ ਹੈ, ਮਾਫ ਕਰਨਾ। ਕਈਆਂ ਦਾ ਮਤ ਤਾਂ ਇੱਥੋਂ ਤੱਕ ਵੀ ਹੈ ਕਿ ਆਪ ਜੀ ਦਾ ਜਨਮ ਪੰਡਰਪੁਰ ਵਿਖੇ ਹੋਇਆ, ਜਦ ਕਿ ਪੰਡਰਪੁਰ ਅਸਲ ਵਿੱਚ ਆਪ ਜੀ ਦੇ ਜੋ ਪਿਤਾ ਸਨ, ਉਹ ਪੰਡਰਪੁਰ ਦੇ ਵਿੱਚ ਜਿਹੜੀਆਂ ਮੂਰਤੀਆਂ ਸਨ ਉਹਨਾਂ ਦੇ ਅਨੰਨ ਭਗਤ ਸਨ। ਬਹੁਤ ਨੇਛਾ ਨਾਲ ਉਹਨਾਂ ਦਾ ਮਾਣ ਕਰਦੇ ਸਨ। ਤੋ ਆਪ ਇੱਕ ਸ਼ੂਦਰ ਜਾਤ ਵਿੱਚ ਕਹੇ ਜਾਣ ਵਾਲੇ ਛਿੰਬੇ ਅਤੇ ਕਿੱਤੇ ਵਜੋਂ ਉਹ ਦਰਜੀ ਤੇ ਕੱਪੜੇ ਰੰਗਣ ਦਾ ਕਿੱਤਾ ਕਰਿਆ ਕਰਦੇ ਸਨ। ਆਪ ਜੀ ਦੀ ਸ਼ਾਦੀ ਰਜ਼ਾਈ ਨਾਲ ਹੋਈ। ਆਪ ਜੀ ਦੇ 4 ਪੁੱਤਰ, ਮੰਨਿਆ ਜਾਂਦਾ ਹੈ ਕਿ ਇੱਕ ਸਪੁੱਤਰੀ ਵੀ ਸੀ ਤੇ ਇੱਕ ਭੈਣ ਵੀ ਸੀ, ਪਰ ਕਈ 4 ਪੁੱਤਰ ਆਪ ਜੀ ਦੇ ਨਹੀਂ ਮੰਨਦੇ। ਖੈਰ, ਤੋ ਆਪ ਜੀ ਦੇ ਜੋ ਇੱਕ ਅਪੰਗ, ਉਹਨਾਂ ਦਾ ਇੱਕ ਕਾਵ ਸੰਗ੍ਰਹਿ ਕਿਤਾਬ, ਭਾਵ ਕਿ ਉਸ ਸਮੇਂ ਦੇ ਵਿੱਚ ਮਰਾਠੀ ਭਾਸ਼ਾ ਵਿੱਚ ਸੀ, ਉਹਨਾਂ ਵਿੱਚ ਪੜ੍ਹਨ ਨੂੰ ਬਹੁਤ ਕੁਛ ਮਿਲਦਾ ਹੈ। ਉਸ ਕਿਤਾਬ ਦਾ ਉਸ ਸਮੇਂ ਦੇ ਨਾਮ ਉਸ ਸਮੇਂ ਵਿੱਚ ਅਪੰਗ ਸੀ। ਅਪੰਗ
ਜਿਹਨੂੰ ਕੋਈ ਕੱਟ ਨਹੀਂ ਸਕਦਾ, ਅਪੰਗ ਦਾ ਮਤਲਬ ਟਾਈਟਲ ਜਿਹੜਾ ਸੀ। ਤੋ ਇਸੇ ਕਰਕੇ ਆਪ ਜੀ ਦਾ ਪ੍ਰਗਟਾ ਨਾਨਕ ਸਾਹਿਬ ਜੀ ਤੋਂ ਕਰੀਬਨ 200 ਸਾਲ ਪਹਿਲਾਂ ਹੋਇਆ ਤੇ ਕਬੀਰ ਸਾਹਿਬ ਜੀ ਦੇ 130 ਸਾਲ ਤੋਂ ਪਹਿਲਾਂ ਹੋਇਆ ਤੇ ਗੁਰੂ ਰਵਿਦਾਸ ਜੀ ਦੇ ਮੁਤਾਬਕ ਉਹਨਾਂ ਦੇ ਕਰੀਬਨ 105 ਜਾਂ ਕਈਆਂ ਦੇ ਭਾਵ ਕਿ 26 ਅਕਤੂਬਰ ਸਨ 1270 ਈਸਵੀ ਵਿੱਚ। ਆਪ ਜੀ ਇੱਕ ਮਹਾਨ ਕਵੀ ਸਨ, ਕਿਉਂਕਿ ਜੇ ਕਵੀ ਨਾ ਹੁੰਦੇ ਤੇ ਬਾਣੀ ਕਿਵੇਂ ਉਚਾਰ ਸਕਦੇ ਸਨ। ਮਹਾਨ ਰੂਹਾਨੀ ਸਨ, ਸ਼ੂਦਰ ਵਰਣ ਦੇ ਵਿੱਚੋਂ ਸਨ। ਤੋ ਜੀਵਨ ਦੇ ਸੰਘਰਸ਼ ਵਿੱਚੋਂ ਆਪ ਜੀ ਦਾ ਉਸ ਪਰਮਾਤਮਾ ਭਾਵ ਵਿਠਲ, ਜਿਹਨੂੰ ਠਾਕਰ ਕਹਿੰਦੇ ਨੇ, ਉਸ ਦੇ ਨਾਲ ਬਹੁਤ ਪਿਆਰ ਸੀ। ਇੰਨਾ ਪਿਆਰ ਕਿ ਆਪ ਜੀ ਨੇ 5 ਸਾਲ ਦੀ ਉਮਰ ਵਿੱਚ, ਪਰ ਕਈ 8 ਸਾਲ ਵੀ ਕਹਿੰਦੇ ਨੇ, 5 ਸਾਲ ਦੀ ਉਮਰ ਦੇ ਵਿੱਚ ਬਹੁਤ ਕੁਝ ਕਰ ਦਿਖਾਇਆ, ਪਰਮਾਤਮਾ ਨੂੰ ਪ੍ਰਾਪਤ ਕਰ ਦਿਖਾਇਆ, ਬੱਚਾ ਹੁੰਦਾ ਹੋਇਆ ਵੀ, ਕਿਉਂਕਿ ਉਹਨਾਂ ਦੇ ਨਾਲ ਸੁਭਾਵਿਕ ਵਰਤਿਆ। ਤੋ ਇਸ 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਜੋ ਕਰ ਦਿਖਾਇਆ, ਇਹਦੇ ਵਿੱਚ ਇੱਕ ਆਪਾਂ ਨੂੰ ਸਾਖੀ ਕਰੀਬਨ ਉਹਨਾਂ ਦੀ ਬਾਣੀ ਵਿੱਚੋਂ ਵੀ ਮਿਲਦੀ ਹੈ। ਉਹੀ ਸਾਖੀ ਮੈਂ ਬਿਲਕੁਲ ਬਰੀਫਲੀ ਦੱਸ ਰਿਹਾ ਹਾਂ ਆਪ ਜੀ ਨੂੰ ਕਿ ਇੱਕ ਦਿਨ ਆਪ ਜੀ ਦੇ ਪਿਤਾ ਨੂੰ ਅਚਾਨਕ ਬਾਹਰ ਕਿਤੇ ਜਾਣਾ ਪੈ ਗਿਆ ਤੇ ਆਪਣੇ ਇਸ ਸੰਤ ਨਾਮਦੇਵ ਜੀ ਜਦੋਂ 5 ਸਾਲ ਦੇ ਸਨ, ਆਪਣੇ ਬੱਚੇ ਨੂੰ ਉਹਨਾਂ ਨੇ ਠਾਕਰ ਭਾਵ ਕੇ ਪੱਥਰ ਨੂੰ ਦੁੱਧ ਚੜਾਉਣ ਲਈ ਕਿਹਾ। ਹੁਣ ਪਿਤਾ ਤੋਂ ਬਾਅਦ ਬੱਚਾ ਜਿਹੜਾ ਸੀ, ਉਸਨੇ ਬੜੇ ਹੀ ਸੱਚੇ ਪ੍ਰੇਮ, ਲਗਨ, ਬੜੀ ਹੀ ਸ਼ਰਧਾ ਦੇ ਨਾਲ ਦੁੱਧ ਅਰਪਣ ਕੀਤਾ। ਕਿਉਂਕਿ ਜਦੋਂ ਬੱਚੇ ਨੂੰ ਕੋਈ ਸਿਆਣਾ ਕਵੇ ਵੀ ਤੂੰ ਆਹ ਕੰਮ ਕਰਨਾ, ਤੇ ਉਹ ਇੰਨੀ ਨੇਚਾ, ਇੰਨਾ ਉਹਦੇ ਨਾਲ ਉਹਦੇ ਹਿਰਦੇ ਅੰਦਰ ਪ੍ਰੇਮ ਹੁੰਦਾ ਹੈ, ਇੰਨੀ ਕਸ਼ਿਸ਼ ਹੁੰਦੀ ਹੈ, ਇੰਨੀ ਖਿੱਚ ਹੁੰਦੀ ਹੈ ਕਿ ਉਹਦੇ ਅੱਗੇ ਆਖਰ ਫਿਰ ਰੱਬ ਨੂੰ ਵੀ ਝੁਕਣਾ ਪੈ ਜਾਂਦਾ ਹੈ। ਗੱਲ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਹੁਣ ਪਿਤਾ ਤਾਂ ਜੋ ਕਰਦਾ ਸੀ, ਹਰ ਰੋਜ਼ ਦੁੱਧ ਚੜਾਉਂਦਾ ਸੀ ਤੇ ਬਾਅਦ ਚ ਉਠਾ ਲੈਂਦਾ ਸੀ, ਜੋ ਵੀ ਮਤਲਬ ਕਿ ਹੁੰਦਾ ਹੈ। ਪਰ ਇਸ ਬੱਚੇ ਨੇ ਤਾਂ ਬਿਲਕੁਲ ਇਵੇਂ ਮਨ ਪ੍ਰੇਮ ਦੇ ਨਾਲ ਦੁੱਧ ਚੜਾਇਆ, ਅਰਪਣ ਕੀਤਾ, ਪਰ ਪੱਥਰ ਦੇ ਠਾਕਰ ਨੇ ਦੁੱਧ ਨਾ ਪੀਤਾ। ਅਜਿਹਾ ਦੇਖ ਬੱਚਾ ਭਾਵ ਨਾਮਦੇਵ ਜੀ, ਸੰਤ ਨਾਮਦੇਵ ਜੀ ਘਬਰਾ ਗਿਆ ਕਿ ਜੇ ਦੁੱਧ ਨਾ ਪੀਤਾ ਤਾਂ ਮੇਰੇ ਪਿਤਾ ਜੀ ਮੈਨੂੰ ਗੁੱਸੇ ਹੋਣਗੇ ਜਾਂ ਠਾਕੁਰ ਗੁੱਸੇ ਆ। ਤੇ ਆਪ ਜੀ ਨੇ ਇਸ ਦ੍ਰਿਸ਼ ਦੇ ਪੂਰੇ ਵਿਯੋਗ ਵਿੱਚ ਰੋਣ ਲੱਗ ਪਿਆ, ਹੰਝੂ ਅਤੇ ਹੰਝੂ ਆਉਣ ਲੱਗ ਪਿਆ ਤੇ ਪਰਣ ਕਰ ਲਿਆ ਕਿ ਜਿੰਨਾ ਚਿਰ ਇਹ ਠਾਕਰ ਮੇਰੇ ਪਿਤਾ ਜੀ ਨੇ ਕਿਹਾ ਕਿ ਦੁੱਧ ਨਹੀਂ ਪੀਂਦਾ, ਉਹਨਾਂ ਚਿਰ ਮੈਂ ਇੱਥੋਂ ਨਹੀਂ ਹਿੱਲਾਂਗਾ। ਤੋ ਕਿਹਾ ਜਾਂਦਾ ਕਿ ਆਖਰ ਨੂੰ ਬੱਚੇ ਦਾ ਜੋ ਦ੍ਰਿੜ ਪਿਆਰ, ਸਿਦਕ, ਭਰੋਸਾ ਦੇਖ ਕੇ ਠਾਕਰ ਨੇ ਦੁੱਧ ਪੀ ਲਿਆ। ਲਿਖਤਾਂ ਮੁਤਾਬਿਕ ਅਜਿਹਾ ਦੇਖ ਇਹ ਸਭ ਹੁੰਦਾ ਹੈ ਕਿ ਜਦੋਂ ਬੰਦੇ ਅੰਦਰ ਨਿਰਛਲਤਾ ਹੋਵੇ, ਬਿਲਕੁਲ ਹਿਰਦਾ ਕੁੰਗੇ ਪਾਣੀ ਤੇ ਵਾਂਗਰ ਸਾਫ ਸੁਥਰਾ ਦ੍ਰਿੜ ਪ੍ਰੇਮ ਭਾਵਨਾ ਹੋਵੇ, ਤਾਂ ਛੁਪੀ ਹੋਈ ਫਿਰ ਜਾ ਕੇ ਸ਼ਕਤੀ ਆਪਣੇ ਆਪ ਹੀ ਪ੍ਰਗਟ ਹੋ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਕਿ ਰੱਬ ਪ੍ਰਗਟ ਹੋ ਗਿਆ, ਚਮਤਕਾਰ ਹੋ ਗਿਆ। ਸੰਤ ਨਾਮਦੇਵ ਜੀ ਦਾ ਇਹ ਇੱਕ ਪਹਿਲਾ ਚਮਤਕਾਰ ਸੀ, ਅਚਨਚੇਤ। ਬੱਚੇ ਨੂੰ ਕੀ ਪਤਾ ਕਿ ਅਚੰਭਾ ਕੀ ਹੁੰਦਾ, ਬੱਚੇ ਨੂੰ ਕੀ ਪਤਾ ਕਿ ਪੱਥਰ ਨੂੰ ਦੁੱਧ ਪਿਲਾਉਣਾ ਸਿਰਫ ਠਾਕਰਾਂ ਨੂੰ ਸਿਰਫ ਇੱਕ ਉੱਦਾਂ ਹੀ ਕੀਤਾ ਜਾਂਦਾ ਹੈ, ਇੱਕ ਆਦਤ ਵਜੋਂ, ਇੱਕ ਸਤਿਕਾਰ ਵਜੋਂ, ਲੇਕਿਨ ਉਸ ਤੋਂ ਬਾਅਦ ਦੁੱਧ ਮਲਕ ਉਸ ਨੂੰ ਵਰਤ ਲਿਆ ਜਾਂਦਾ ਹੈ। ਉਸ ਨੂੰ ਕੀ ਪਤਾ ਸੀ, ਪਰ ਉਸਨੇ ਤਾਂ ਆਪਣੇ ਪਿਤਾ ਦਾ ਜੋ ਹੁਕਮ ਸੀ ਉਹਨੂੰ ਪਾਲਣ ਦੇ ਲਈ ਬਿਲਕੁਲ ਤਨ ਮਨ ਰੋਮ ਰੋਮ ਦੇ ਵਿੱਚ ਬਸ ਉਸ ਮਾਲਕ ਨੂੰ ਵਸਾ ਕੇ
ਸੱਚੇ ਪ੍ਰੇਮ ਦੇ ਨਾਲ ਉਸ ਦੀ ਠਾਕਰ ਨੂੰ ਕਿਹਾ ਕਿ ਜਿੰਨਾ ਚਿਰ ਤੂੰ ਦੁੱਧ ਨਹੀਂ ਪੀਵੇਂਗਾ ਮੈਂ ਵੀ ਉਨਾ ਚਿਰ ਨਹੀਂ ਉਠਾਂਗਾ। ਤੋ ਫਿਰ ਕਹਿੰਦੇ ਨੇ ਕਿ ਆਖਿਰ ਉਸ ਬੱਚੇ ਦੇ ਇਸ ਦ੍ਰਿੜਤਾ, ਪ੍ਰੇਮ, ਵਿਸ਼ਵਾਸ, ਭਰੋਸੇ ਦੇ ਅੱਗੇ ਉਸ ਬੀਠਲ ਨੂੰ ਵੀ, ਠਾਕਰ ਨੂੰ ਵੀ ਦੁੱਧ ਪੀਣਾ ਪੈ ਗਿਆ ਸੀ। ਤੋ ਬਿਲਕੁਲ 5 ਸਾਲ ਉਮਰ ਦਾ ਇੱਕ ਵੱਡਾ ਉਹਨਾਂ ਦਾ ਮਤਲਬ ਕਿ ਚਮਤਕਾਰ ਸੀ। ਹੁਣ ਅੱਗੇ ਚੱਲਦੇ ਹੋਏ ਭਗਤੀ ਦੇ ਅਸਲ ਵਿੱਚ ਭਗਤੀ ਦੇ ਮਾਰਗ ਵਿੱਚ, ਭਗਤੀ ਦੇ ਰਸਤੇ ਤੇ ਕਿਸੇ ਗੁਰੂ ਤੋਂ ਸਿੱਖਣਾ ਹੋਣਾ ਇੱਕ ਮਹਾਨ ਪਾਪ ਸੰਤ ਨਾਮਦੇਵ ਜੀ ਮੰਨਦੇ ਸਨ। ਭਾਵੇਂ ਹੀ ਉਹ ਇਹ ਸਮਝਦੇ ਸਨ ਕਿ ਉਹਨਾਂ ਦੇ ਨਾਲ ਪਰਮਾਤਮਾ ਹੈ, ਵਿਠਲ ਹੈ। ਵਿਠਲ ਨੂੰ ਜਿਹੜਾ ਠਾਕਰ ਹੈ, ਭਾਵ ਰੱਬ ਹੈ, ਉਹ ਸਮਝਦੇ ਸਨ ਕਿ ਮੇਰੇ ਨਾਲ ਹੀ ਹੈ। ਜਿਸ ਕਰਕੇ ਉਹਨਾਂ ਨੂੰ ਕੋਈ ਵੀ ਲੋੜ, ਗੁਰੂ ਦੀ ਲੋੜ ਮਹਿਸੂਸ ਨਹੀਂ ਹੋਈ। ਪਰ ਜਦ ਕਿ ਉਸ ਤੇ ਰੱਬ ਵਿਠਲ ਨੇ ਖੁਦ ਹੀ ਕਿਹਾ ਸੀ ਕਿ ਬਿਨਾਂ ਗੁਰੂ ਤੋਂ, ਇਹ ਨਾਮਦੇਵ, ਬਿਨਾਂ ਗੁਰੂ ਤੋਂ ਕੋਈ ਵੀ ਗਤ ਕਦੇ ਗਤ ਨਹੀਂ ਹੁੰਦੀ। ਭਾਵ ਗੁਰੂ ਦਾ ਹੋਣਾ ਜ਼ਰੂਰੀ ਹੈ। ਹੁਣ ਇਸ ਗੱਲ ਨੂੰ ਸਮਝ ਕੇ ਆਖਰ ਨਾਮਦੇਵ ਜੀ ਗੁਰੂ ਦੀ ਭਾਲ ਵਿੱਚ ਨਿਕਲ ਉੱਠੇ। ਭਾਵ ਕਿ ਨਾਮਦੇਵ ਜੀ ਗੁਰੂ ਬਿਸੋਬਾ ਖੇਚਰ ਦੇ ਕੋਲ ਗਏ। ਉਹਨਾਂ ਦਾ ਗੁਰੂ ਭਾਵ ਕਿ ਜਿਹੜਾ ਸੀ ਬਿਸੋਬਾ ਖੇਚਰ ਸੀ ਗੁਰੂ। ਹੁਣ ਉਸ ਗੁਰੂ ਨੇ ਆਪਣੇ ਸ਼ਿਸ਼ ਨੂੰ ਪਰਖਣ ਦੇ ਲਈ ਇਮਤਿਹਾਨ ਰੱਖਿਆ। ਹੁਣ ਇੱਕ ਦਿਨ ਕੀ ਵਾਪਰਦਾ ਹੈ ਕਿ ਬਹੁਤ ਹੀ ਬਦਸੂਰਤ ਰੂਪ ਵਿੱਚ ਉਹੀ ਗੁਰੂ ਬਿਸੋਬਾ ਖੇਚਰ ਨਾਗਨਾਥ ਦੇ ਮੰਦਰ ਸ਼ਿਵਾਲਿੰਗ ਦੇ ਉੱਪਰ ਆਪਣੀ ਲੱਤ ਰੱਖ ਕੇ ਪਿਆ ਹੋਇਆ ਸੀ। ਨਾਮਦੇਵ ਜੀ ਨੇ ਉਸ ਨੂੰ, ਆਪਣੇ ਗੁਰੂ ਨੂੰ ਭਾਵ ਦੇਖਦੇ ਹੋਏ ਬੜੇ ਹੀ ਧਿਆਨ ਨਾਲ ਦੇਖਿਆ ਤੇ ਰਤਾ ਵੀ ਕਾਣਤ ਨਾ ਕੀਤੀ ਤੇ ਆਪਣੇ ਗੁਰੂ ਨੂੰ ਪੂਰਾ ਸਤਿਕਾਰ ਦਿੱਤਾ। ਇਸ ਤਰ੍ਹਾਂ ਉਸਨੇ ਭਗਤੀ ਮਾਰਗ ਵੱਲ ਵਧਣ ਦੇ ਲਈ ਆਪਣੇ ਉਸ ਗੁਰੂ ਬਿਸੋਬਾ ਖੇਚਰ ਨੂੰ ਗੁਰੂ ਬਣਾਇਆ ਤੇ ਐਗਜ਼ਾਮ ਦੇ ਵਿੱਚ ਪਾਸ ਹੋਇਆ। ਹੋਰ ਉਹਨਾਂ ਦੇ ਜੀਵਨ ਦੇ ਬਿਰਤਾਂਤ ਵਿੱਚੋਂ ਆਪਾਂ ਦੇਖਣ ਨੂੰ ਮਿਲਦਾ ਹੈ ਕਿ ਸੰਤ ਗਿਆਨੇਸ਼ਵਰ ਨੇ ਸੰਤ ਨਾਮਦੇਵ ਜੀ ਨੂੰ ਮੂਰਤੀ ਪੂਜਾ, ਦੇਖ ਦਿਖਾਵੇ, ਮਾਇਆ ਛਲਣੀ ਕਪਟੀ ਵਾਲੀ ਭਗਤੀ ਨੂੰ ਛੱਡ ਕੇ ਉਸ ਮਹਾਨ ਸੱਚੇ ਪਰਮ ਸ਼ਕਤੀ ਵੱਲ ਪ੍ਰੇਰਿਤ ਕੀਤਾ ਸੀ। ਸੰਤ ਗਿਆਨੇਸ਼ਵਰ, ਇਹ ਵੀ ਆਪਾਂ ਨੂੰ ਲੇਖਤਾਂ ਤੋਂ ਮਿਲਦਾ ਹੈ ਕਿ ਸੰਤ ਗਿਆਨੇਸ਼ਵਰ ਅਤੇ ਸੰਤ ਨਾਮਦੇਵ ਜੀ ਇਕੱਠੇ ਹੀ ਤੀਰਥਾਂ ਤੇ ਜਾਇਆ ਕਰਦੇ ਸਨ। ਤੋ ਇਤਿਹਾਸ ਤੋਂ ਆਪਾਂ ਨੂੰ ਇਸ਼ਾਰਾ ਮਿਲਦਾ ਹੈ ਕਿ ਜਦੋਂ ਸੰਤ ਗਿਆਨੇਸ਼ਵਰ ਜੀ ਜੋਤੀ ਜੋਤ ਸਮਾਏ ਤਾਂ ਨਾਮਦੇਵ ਜੀ ਦਵਾਰਕਾ ਵਿੱਚ ਕੁਝ ਹੀ ਫਿਰ ਦੇਰ ਰਹਿੰਦਿਆਂ ਹੋਇਆਂ ਮਾਰਵਾੜ, ਰਾਜਸਥਾਨ ਵਿੱਚ ਆ ਠਹਿਰੇ। ਫਿਰ ਸਹਾਰਨਪੁਰ ਕੁਛ ਰੁਕੇ। ਫਿਰ ਚਲਦਿਆਂ ਹੋਇਆਂ ਫਿਰ ਆਖਰ ਪੰਜਾਬ ਦੇ ਉਸ ਸਮੇਂ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਅੰਦਰ ਪੈਂਦੇ ਪਿੰਡ ਘੁੰਮਣ ਵਿੱਚ ਜਾ ਵਸੇ। ਉੱਥੇ ਡੇਰਾ ਜਾ ਲਾਇਆ, ਜਿੱਥੇ ਆਪ ਜੀ ਕੋਈ 18 ਸਾਲ ਕਹਿੰਦਾ, ਕੋਈ 2 ਦਹਾਕੇ 20 ਸਾਲ ਭਾਵ ਕੇ ਕਹਿੰਦੇ ਹੈ, 2 ਦਹਾਕੇ ਜਾਣੀ ਕਿ 20 ਸਾਲ ਰਹੇ। ਤੇ ਉਹਨਾਂ ਨੇ ਆਪਣੇ ਪਰਮਾਤਮਾ ਦੀ ਮਹਿਮਾ ਵਿੱਚ ਬਿਠਲ ਦੇ ਨਾਮ ਤੇ ਇੱਕ ਸੋਹਣਾ ਜਿਹਾ ਮੰਦਿਰ ਵੀ ਬਣਾਇਆ, ਜਿਹੜਾ ਕਿ ਅੱਜ ਵੀ ਆਪਾਂ ਨੂੰ ਦੇਖਣ ਨੂੰ ਪਿੰਡ ਘੁੰਮਣ ਗੁਰਦਾਸਪੁਰ ਵਿੱਚ ਜੋ ਪੈਂਦਾ ਹੈ ਉਹ ਦੇਖਣ ਨੂੰ ਮਿਲਦਾ ਹੈ। ਤੋ ਆਖਰ ਆਪ ਜੀ
ਆਪ ਇਸ ਬਾਰੇ ਵਿੱਚ ਕਈ ਵਿਦਵਾਨਾਂ ਦੇ ਮਤਲਬ ਕਿ ਫਿਰ ਉਹਨਾਂ ਦੀ ਜਿਹੜਾ ਜੀਵਨ ਦਾ ਆਖਰੀ ਸਮਾਂ ਜੋਤੀ ਜੋਤ ਸਮਾਣਾ ਇਸੇ ਮੰਦਰ ਦੀ ਸਰਹੱਦ 'ਤੇ ਹੋਇਆ ਸੀ। ਪਰ ਕਈ ਵਿਚਾਰਕਾਂ ਦਾ ਵਿਦਵਾਨਾਂ ਦਾ ਮੰਨਣਾ ਹੈ ਕਿ ਉਹਨਾਂ ਦਾ ਜੋ ਆਖਰੀ ਸਮਾਂ ਸੀ ਉਹ ਪੰਡਰਪੁਰ ਵਿਖੇ ਹੋਇਆ, ਭਾਵ ਕਿ ਸੰਤ ਨਾਮਦੇਵ ਜੀ ਵਾਪਸ ਚਲੇ ਗਏ ਸਨ। ਸਤਿਗੁਰੂ ਨਾਮਦੇਵ ਜੀ, ਹੁਣ ਉਹਨਾਂ ਦੇ ਆਪਾਂ ਸੁਭਾਅ ਦੇ ਵੱਲ ਦੇਖਦੇ ਹਾਂ। ਸਤਿਗੁਰੂ ਨਾਮਦੇਵ ਜੀ ਬੜੇ ਹੀ ਸਹਿਜ ਸੁਭਾਅ, ਸ਼ੀਲਵੰਤ ਸੁਭਾਅ ਦੇ ਧਾਰਨੀ ਸਨ, ਜੋ ਕਿ ਕਹਿੰਦੇ ਸਨ ਕਿ ਜੋ ਜੀਵ, ਜੋ ਸਾਧ ਜਾਂ ਸੰਤ ਜਨ ਹੁੰਦੇ ਨੇ ਉਹ ਬੜੇ ਹੀ ਨਿਰਮਲ ਹੁੰਦੇ ਨੇ, ਭਾਵ ਕਿ ਵਿਮਲ ਹੁੰਦੇ ਨੇ, ਸਾਫ ਸੁਥਰੇ ਕੁੰਗੇ ਪਾਣੀ ਦੇ ਵਾਂਗਰ ਹੁੰਦੇ ਨੇ ਉਹਨਾਂ ਦੇ ਦਿਲ। ਉਹਨਾਂ ਵਿੱਚ ਕੋਈ ਵੀ ਕਸਮੈਲ ਨਹੀਂ ਹੁੰਦੇ। ਉਹ ਕੋਈ ਵੀ ਜਾਤ ਪਾਤ, ਬਰਨ ਅਬਰਨ, ਪੰਥ ਕੁਪੰਥ, ਧਰਮ ਅਧਰਮ, ਔਰਤ ਮਰਦ ਜਾਂ ਇਨਸਾਨੀਅਤ ਵਿੱਚ ਉਹ ਵਿਤਕਰਾ ਨਹੀਂ ਕਰਦੇ ਹੁੰਦੇ ਸੱਚੇ ਸੰਤ ਜਨ। ਇਸ ਤਰ੍ਹਾਂ ਦਾ ਉਹਨਾਂ ਦਾ ਮੰਨਣਾ ਸੀ। ਸੰਤ ਨਾਮਦੇਵ ਜੀ ਅਸਲ ਸੰਤਾਂ ਦੇ ਗੁਣਾਂ ਦੀ ਪਹਿਚਾਣ ਕਰਵਾਉਂਦੇ ਨੇ। ਕਹਿੰਦੇ ਨੇ ਕਿ ਅਸਲੀ ਸੰਤ ਜਨ ਮਨ ਦੇ ਕਠੋਰ ਨਹੀਂ ਹੋਣਾ ਚਾਹੀਦਾ। ਉਹ ਪਰਮਾਤਮਾ ਦੇ ਇਸ਼ਾਰੇ ਤੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ। ਉਹਨਾਂ ਦੇ ਵਿਚਾਰ, ਉਹਨਾਂ ਦੇ ਹਿਰਦੇ ਪਵਿੱਤਰ ਅੰਮ੍ਰਿਤ ਜਲ ਵਾਂਗਰ ਸਾਫ ਸੁਥਰੇ ਹੋਣੇ ਚਾਹੀਦੇ ਨੇ। ਉਹਨਾਂ ਦੇ ਵਿਚਾਰ ਅੰਮ੍ਰਿਤ ਧੁਨ ਹੁੰਦੇ ਨੇ, ਭਾਵ ਕਿ ਰੂਹਾਨੀ ਨੂਰ ਹੁੰਦੇ ਨੇ। ਉਹਨਾਂ ਦੇ ਜੋ ਫਲਸਫੇ ਵਿਚਾਰ ਹੁੰਦੇ ਨੇ ਉਹ ਸਭ ਨਾਲ ਪਿਆਰ ਕਰਦੇ ਨੇ, ਨਾ ਕਿ ਵੈਰ। ਲਿਖਤਾਂ ਤੋਂ ਆਪਾਂ ਨੂੰ ਹੋਰ ਵੀ ਮਿਲਦਾ ਹੈ ਕਿ ਇੱਕ ਦਿਨ ਸਤਿਗੁਰੂ ਨਾਮਦੇਵ ਜੀ ਮਹਾਰਾਸ਼ਟਰ ਦੇ ਇੱਕ ਪਿੰਡ ਅਵੰਡਾ ਨਾਗਨਾਥ ਨਾਮ ਦੇ ਮੰਦਿਰ ਵਿੱਚ ਜਾਂਦੇ ਨੇ ਤੇ ਕੀ ਦੇਖਦੇ ਨੇ, ਉਸ ਸਮੇਂ ਦੇ ਧਰਮਾਂ ਦੇ ਠੇਕੇਦਾਰਾਂ ਨੇ ਸੰਤ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਸ ਸਮੇਂ ਦੇ ਜੋ ਧਾਰਮੀ ਠੇਕੇਦਾਰ ਸਨ, ਭਾਵ ਕਿ ਪੰਡਤ ਹੀ ਸਨ, ਤੇ ਨਾਮਦੇਵ ਜੀ ਮੰਦਿਰ ਦੇ ਪਿਛਵਾੜੇ ਅਜਿਹਾ ਦੇਖ ਜਦੋਂ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਕਿ ਤੂੰ ਸ਼ੂਦਰ ਹੈ, ਤੂੰ ਅੰਦਰ ਨਹੀਂ ਆ ਸਕਦਾ, ਤੂੰ ਨਾਮ ਨਹੀਂ ਜਪ ਸਕਦਾ, ਤੇ ਨਾਮਦੇਵ ਜੀ ਫਿਰ ਬੜੇ ਹੀ ਦੁਖੀ ਹਿਰਦੇ ਨਾਲ ਮੰਦਰ ਦੇ ਪਿਛਵਾੜੇ ਜਾ ਬਹਿੰਦੇ ਨੇ ਤੇ ਉਸ ਪਰਮਾਤਮਾ ਦੇ ਨਾਲ ਗਿਲਾ ਸ਼ਿਕਵਾ ਕਰਦੇ ਨੇ ਤੇ ਬਾਣੀ ਉਚਾਰਦੇ ਨੇ। ਉੱਥੇ ਫਿਰ ਕਹਿੰਦੇ, ਹਸਤ ਖੇਲਤ ਤੇਰੇ ਦੇਹਰੇ ਆਇਆ, ਹਸਤ ਖੇਲਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਭਾਵ, ਹੇ ਬੀਠਲ, ਤੂੰ ਇਸ ਅੱਤ ਦੀ ਗਰੀਬੀ ਵਿੱਚ ਭਲਾ ਕਿਉਂ ਆਇਆ? ਤੂੰ ਸ਼ੂਦਰ ਰੂਪ ਦੇ ਵਿੱਚ ਕਿਉਂ ਆਇਆ ਐ ਬੀਠਲ? ਤੋ ਫਿਰ ਕਹਿੰਦੇ ਨੇ, ਜਿਉ ਜਿਉ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕੋ ਦੇਹਰਾ ਫਿਰੇ। ਕਹਿੰਦੇ ਨੇ ਭਾਵ ਕਿ ਜਿਨ੍ਹਾਂ ਤੀਕਰ ਸਾਧਕ ਦਾ ਧਿਆਨ ਉਸ ਪਰਮਾਤਮਾ ਵਿੱਚ ਲੀਨ ਨਹੀਂ ਹੁੰਦਾ, ਲੀਨ ਨਹੀਂ ਰਹਿੰਦਾ, ਤਾਂ ਉਹ ਰੱਬ ਦੀ ਕਸੌਟੀ ਤੋਂ ਬਿਲਕੁਲ ਕਦੀ ਨਹੀਂ ਭਟਕਦਾ। ਉਹ ਸੰਸਾਰੀ ਕਪਟੀ ਭਗਤੀ ਕਰਨ ਵਾਲਿਆਂ ਵਾਂਗਰ ਨਹੀਂ ਭਟਕਦਾ, ਜਿਵੇਂ ਕਿ ਉਸ ਸਮੇਂ ਦੇ ਮੰਦਰ ਦੇ ਵਿੱਚ ਧਰਮਾਂ ਦੇ ਠੇਕੇਦਾਰਾਂ ਨੇ ਸੰਤ ਨਾਮਦੇਵ ਜੀ ਨੂੰ ਬੇਇੱਜ਼ਤ ਕਰਕੇ ਮੰਦਰ ਚੋਂ ਬਾਹਰ ਕੱਢ ਦਿੱਤਾ ਤੇ ਇਸ ਉਪਰੰਤ ਸੰਤ ਨਾਮਦੇਵ ਜੀ
ਫਿਰ ਉਸ ਮੰਦਰ ਦੇ ਪਿੱਛ ਜਾ ਬਹਿੰਦੇ ਨੇ ਤੇ ਫਿਰ ਉਚਾਰਦੇ ਨੇ, ਹਸਤ ਖੇਲਤ ਤੇਰੇ ਦੇਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਜਿਉ ਜਿਉ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕੋ ਦੇਹਰਾ ਫਿਰੇ। ਭਾਵ ਕਿ ਜਿਹੜਾ ਨਾਮੇ ਨੂੰ ਜਦੋਂ ਇਸ ਤਰ੍ਹਾਂ ਕੀਤਾ ਗਿਆ ਤਾਂ ਫਿਰ ਉਹਨੇ ਕਿਹਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ। ਇੰਨੀ ਅਧੀਨਗੀ, ਇੰਨੀ ਨਿਮਰਤਾ, ਇੰਨੀ ਅੱਤ ਦੀ ਉਹਨਾਂ ਦੇ ਵਿੱਚ ਲਹੀਮੀ, ਇੰਨੇ ਦੁਖੀ, ਉਸ ਦੁੱਖ ਨੇ, ਉਸ ਫਟਕਾਰ ਨੇ ਉਹਨਾਂ ਦੇ ਹਿਰਦੇ ਅੰਦਰ ਕੀ ਰੋਮ ਰੋਮ ਵਿੱਚ ਉਹ ਜਾ ਬਸਿਆ। ਤੇ ਜਿੱਥੇ ਫਿਰ ਕਹਿੰਦੇ ਨੇ ਕਿ ਪਰਮਾਤਮਾ ਨੂੰ ਪ੍ਰਗਟ ਹੋਣਾ ਪਿਆ ਤੇ ਉਹ ਫਿਰ ਤਾਰੀ ਕਹਿੰਦੇ ਨੇ ਕਿ ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕੋ ਦੇਹਰਾ ਫਿਰੇ। ਫਿਰ ਭਗਤਾਂ ਦਾ ਜਦੋਂ ਉਹਨਾਂ ਨੇ ਇਸ ਧਾ ਹਿਰਦੇ ਅੰਦਰੋਂ ਮਾਰੀ ਤੇ ਫਿਰ ਕਹਿੰਦੇ ਨੇ ਕਿ ਮੰਦਰ ਦਾ ਜੋ ਬਾਣੀ ਦੇ ਮੁਤਾਬਿਕ ਉਹ ਮੰਦਰ ਦਾ ਮੂੰਹ ਉਹਨਾਂ ਦੇ ਵੱਲ ਤੇ ਮੰਦਰ ਦੀ ਪਿੱਠ ਉਹਨਾਂ ਹੰਕਾਰੀਆਂ ਦੇ ਵੱਲ ਨੂੰ ਹੋ ਗਈ ਸੀ। ਅਜਿਹਾ ਸੰਤ ਨਾਮਦੇਵ ਜੀ ਨੇ ਕਰ ਦਿਖਲਾਇਆ। ਉਹਨਾਂ ਦੀ ਭਗਤੀ, ਉਹਨਾਂ ਦੇ ਗੁਣ ਮਤਲਬ ਕਿ ਜਿੰਨੀ ਵੀ ਆਪਾਂ ਸਿਫਤ ਕਰ ਲਈਏ ਬਹੁਤ ਥੋੜੀ ਹੈ। ਤੋ ਫਿਰ ਇਸੇ ਕਰਕੇ ਅੱਗੇ ਚੱਲਦੇ ਹੋਏ ਆਪਾਂ ਸੰਤ ਨਾਮਦੇਵ ਜੀ ਇੱਕ ਹੋਰ ਬਾਣੀ ਜਿਹੜੀ ਕਿ ਹਿੰਦੀ ਪਦਾਵਲੀ ਦੇ ਵਿੱਚ ਆਪਾਂ ਨੂੰ ਮਿਲਦੀ ਹੈ। ਤੋ ਪਦਾਵਲੀ 130ਵਾਂ ਮਤਲਬ ਕਿ ਉਹ ਰਚਨਾ ਹੈ। ਉਹਦੇ ਵਿੱਚ ਆਪਣੇ ਬਿਠਲ ਭਾਗੇ ਪਰਮਾਤਮਾ ਨੂੰ ਦਰਜੀ ਵਜੋਂ ਬਿਆਨ ਕਰਦੇ ਨੇ। ਜਿਵੇਂ ਕਬੀਰ ਸਾਹਿਬ ਜੀ ਨੇ, ਉਹਨਾਂ ਨੇ ਖੱਡੀ ਦਾ ਕਿੱਤਾ ਕੀਤਾ, ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਚਮੜੇ ਦਾ ਕਿੱਤਾ ਕੀਤਾ ਅਤੇ ਹੋਰ ਵੀ ਸੰਤ ਜਨਾਂ ਨੇ ਆਪੋ ਆਪਣੇ ਕਿੱਤੇ ਕੀਤੇ। ਇਵੇਂ ਹੀ ਸੰਤ ਨਾਮਦੇਵ ਜੀ ਉਸ ਮਾਲਕ ਨੂੰ ਬੰਦੇ ਦੇ ਸਰੀਰ ਦਾ ਬਹੁਤ ਵੱਡਾ ਦਰਜੀ ਦੱਸਦੇ ਹੋਏ ਆਪਣੀ ਇਸ ਪਦਾਵਲੀ 130 ਦੇ ਵਿੱਚ ਇੰਜ ਬਿਆਨ ਕਰਦੇ ਨੇ, ਇੰਜ ਦੱਸਦੇ ਨੇ, ਕਿਉਂਕਿ ਸੰਤ ਨਾਮਦੇਵ ਜੀ ਉਹ ਖੁਦ ਦਰਜੀ ਭਾਵ ਕਿ ਟੇਲਰ ਮਾਸਟਰ ਸਨ ਔਰ ਨਾਲੋਂ ਨਾਲ ਕੱਪੜੇ ਰੰਗਣ ਦਾ ਵੀ, ਰੰਗਾਈ ਦਾ ਵੀ ਕੰਮ ਕਰਿਆ ਕਰਦੇ ਸਨ। ਇੱਥੋਂ ਤੱਕ ਕਿ ਇੰਨੀ ਗਰੀਬੀ, ਅੱਤ ਦੀ ਗਰੀਬੀ ਹੋਣ ਕਰਕੇ ਉਹਨਾਂ ਨੇ ਕਈਆਂ ਤੋਂ ਮਤਲਬ ਕਿ ਪਤਾ ਲੱਗਦਾ ਹੈ ਕਿ ਉਹਨੇ ਘੁੰਗਣੀਆਂ ਵੀ ਵੇਚਦੇ ਸਨ। ਤੋ ਕਿਉਂਕਿ ਉਹ ਦਰਜੀ ਹੋਣ ਦੇ ਨਾਤੇ, ਜਿਵੇਂ ਕਿ ਗੁਰੂ ਰਵਿਦਾਸ ਜੀ ਨੇ ਕਿਹਾ ਹੈ, ਆਪਣੇ ਕਿੱਤੇ ਦੇ ਬਾਰੇ ਵਿੱਚ ਕਬੀਰ ਸਾਹਿਬ ਜੀ ਨੇ, ਇਸੇ ਤਰ੍ਹਾਂ ਸੰਤ ਨਾਮਦੇਵ ਜੀ ਆਪ ਖੁਦ ਦਰਜੀ ਹੁੰਦੇ ਹੋਏ, ਕੱਪੜੇ ਰੰਗਣ ਦਾ ਕੰਮ ਕਰਦੇ ਹੋਏ, ਹੋਰ ਵੀ ਕਿਵੇਂ ਉਸ ਪਰਮਾਤਮਾ ਨੂੰ ਇੱਕ ਦਰਜੀ ਦਾ ਰੂਪ ਦੇ ਕੇ ਬਿਆਨ ਕਰਦੇ ਨੇ। ਕਹਿੰਦੇ ਨੇ, ਹਰ ਦਰਜੀ ਕਾ ਮਰਮ ਨਾ ਪਾਇਆ, ਜਿਨੇ ਬਾਗਾ खूब बनाया। बागे तो भाव है तन। पानी का चित्र पवन का तागा, पानी का चित्र पवन का तागा, ताकू सीवत मास 10 लागा। 10 महीने लगे इस चित्र नूं बनाण दे लई, सीण दे लई। स्यो सुरवाल मुक्ट बन आया, जे दे दोए हीरा लाल लगाया। भगत मुक्ट का पटा लिखाया, पूर्ण पार ब्रह्म पद पाया। आपे सीवे आप पहरावे, निमत नाम दे नाम तरावे। ਇਹ ਹਿੰਦੀ ਪਦਾਵਲੀ 130 ਦੇ ਵਿੱਚ ਉਹਨਾਂ ਦੀ ਇਹ ਮਹਾਨ ਕ੍ਰਿਤ ਹੈਗੀ ਆ, ਉਹਨਾਂ ਦੀ ਬਾਣੀ ਸ਼ਬਦ ਭਾਵ ਕੇ। ਤੋ ਦੱਸਿਆ ਇਹ ਜਾ ਰਿਹਾ ਕਿ ਜਿਹੜਾ ਭੇਦ ਆ ਉਹਨਾਂ ਨੇ ਉਹ ਇਸ ਤਨ ਨੂੰ ਦੱਸਿਆ ਹੈ, ਬਾਗਾ ਭੇਦ
ਉਹਦੇ ਬਾਰੇ ਵਿੱਚ ਦੱਸਦੇ ਨੇ ਕਿ ਉਸ ਦਰਜੀ ਨੇ ਇੱਕ ਜਿਸ ਨੇ ਐਸਾ ਸੁੰਦਰ ਝੋਲਾ ਬਣਾਇਆ, ਇਸ ਸਰੀਰ ਦੇ ਵਾਸਤੇ ਝੋਲਾ, ਬਸਤਰ, ਕੱਪੜੇ, ਭਾਵ ਕਿ ਜਿਹੜੀ ਚਮੜੀ ਹੈ, ਐਸਾ ਝੋਲਾ ਬਣਾਇਆ ਜਿਹੜਾ ਕਿ ਹਵਾ ਦੇ ਧਾਗੇ ਨਾਲ ਪਾਣੀ ਦਾ ਚਿੱਤਰ ਬਣਾਇਆ ਹੈ, ਜਿਹਨੂੰ ਸੀਣ ਦੇ ਵਾਸਤੇ 10 ਮਹੀਨੇ ਲੱਗ ਗਏ। ਉਸ ਪਰਮਾਤਮਾ ਨੇ ਐਸਾ ਮੁਕਟ ਬਣਾਇਆ ਹੈ ਜੋ ਬਹੁਤ ਹੀ ਫਬਦਾ ਹੈ ਅਤੇ ਜਿਹਨੂੰ ਦੇਵਤੇ ਵੀ ਤਰਸਦੇ ਨੇ। ਇਹੋ ਜਿਹਾ ਝੋਲਾ ਬਣਾਇਆ। ਉਸ ਮੁਕਟ ਵਿੱਚ ਉਸਨੇ 2 ਹੀਰੇ ਲਾਲ ਲਾਏ, ਭਾਵ ਇੱਕ ਭਗਤੀ ਤੇ ਦੂਜੀ ਮੁਕਤੀ, ਇਹਨੂੰ 2 ਲਾਲ ਕਿਹਾ ਗਿਆ। ਫਿਰ ਉਸਨੇ ਇਸ ਝੋਲੇ ਲਈ ਭਗਤੀ ਅਤੇ ਮੁਕਤੀ ਦਾ ਪਟਾ ਲਿਖਾਇਆ, ਜਿਸ ਨਾਲ ਉਸ ਪੂਰਨ ਪਰਮੇਸ਼ਰ ਦੀ ਪ੍ਰਾਪਤੀ ਉਸ ਨੂੰ ਹੋਈ। ਉਹ ਆਪੇ ਹੀ ਇਸ ਝੋਲੇ ਨੂੰ ਸਿਉਂਦਾ ਹੈ ਤੇ ਆਪੇ ਹੀ ਪਵਾਉਂਦਾ ਹੈ, ਅਤੇ ਉਸਨੇ ਇਸੇ ਕਰਕੇ ਆਪੇ ਹੀ ਪਾਉਣ ਵਾਲੇ ਦਾ ਨਾਮ, ਮਤਲਬ ਕਿ ਸਾਰੇ ਕੱਪੜੇ ਇਹ ਵਰਦੀ ਤਿਆਰ ਕਰਕੇ, ਝੋਲਾ ਤਿਆਰ ਕਰਕੇ ਉਸ ਪਰਮਾਤਮਾ ਨੇ ਨਾਮੇ ਦੇ ਖੁਦ ਆਪ ਝੋਲਾ ਪਾਇਆ, ਭਾਵ ਕਿ ਇਹ ਜੋ ਵਸਤਰ ਹੈ ਭਗਤੀ ਦਾ, ਮੁਕਤੀ ਦਾ, ਸੱਚਖੰਡ ਦੀ ਯੁਕਤੀ ਦਾ, ਇਹ ਉਸਨੇ ਹੀ ਪਾਇਆ ਹੈ। ਇਹ ਵਿਚਾਰ ਜਿਹੜਾ ਕਿ ਮਤਲਬ ਕਿ ਜਿੱਥੇ ਨਾ ਰੰਗ ਰੂਪ ਨਾ ਰੇਖ ਪੇਖ, ਉੱਥੇ ਜਿੱਥੇ ਭੇਦ ਹੀ ਮਿਟ ਜਾਂਦਾ ਹੈ, ਇਹੋ ਜਿਹਾ ਵਸਤਰ ਭਗਤੀ ਦਾ, ਇਹੋ ਜਿਹਾ ਵਸਤਰ ਰੂਹਾਨੀਅਤ ਦਾ ਸੰਤ ਨਾਮਦੇਵ ਜੀ ਦੇ ਉੱਪਰ ਪਾ ਦਿੱਤਾ ਉਸ ਦਰਜੀ ਪਰਮਾਤਮਾ ਨੇ। ਇਹ ਹੈ, ਉਹਨਾਂ ਨੇ ਸਿਫਤ ਕੀਤੀ ਹੈ ਕਿਉਂਕਿ ਉਹ ਦਰਜੀ ਦਾ ਖੁਦ ਜਾਣਦੇ ਸਨ। ਮੈਂ ਬਿਲਕੁਲ ਬਰੀਫ ਦੱਸ ਰਿਹਾ ਆਪ ਜੀ ਨੂੰ, ਕਿਉਂਕਿ ਆਪਾਂ ਟਾਈਮ ਦੇ ਅੰਦਰ ਰਹਿਣਾ ਹੈ। ਤੋ ਆਖਿਰ ਵਿੱਚ ਸਤਿਗੁਰੂ ਨਾਮਦੇਵ ਜੀ ਦੇ ਜੋ ਜੋਤੀ ਜੋਤ ਸਮਾ ਜਾਣ ਤੋਂ ਬਾਅਦ, ਜਦੋਂ ਸੰਤ ਨਾਮਦੇਵ ਜੀ ਜੋਤੀ ਜੋਤ ਸਮਾ ਜਾਂਦੇ ਨੇ, ਤੇ ਉਹ ਫਿਰ ਕਿਉਂਕਿ ਅਸਲ ਇੱਥੋਂ ਸ਼ੁਰੂ ਹੁੰਦੀ ਆ, ਤਿਲੋਚਨ ਜੀ, ਸੰਤ ਨਾਮਦੇਵ ਜੀ, ਸਦਨਾ ਜੀ, ਮਤਲਬ ਕਿ ਇਹ ਪਹਿਲਾਂ ਹੁੰਦੇ ਨੇ, ਗੁਰੂ ਕਬੀਰ ਜੀ ਤੋਂ ਵੀ, ਗੁਰੂ ਰਵਿਦਾਸ ਜੀ ਤੋਂ ਵੀ। ਤੋ ਇਸ ਕਰਕੇ ਇਹਨਾਂ ਦਾ ਜੋ ਰਸਤਾ ਭਗਤੀ ਵਾਲਾ ਸੀਗਾ, ਇਹਨਾਂ ਨੇ ਉਹ ਅੱਗੇ ਚੱਲਦਾ ਰਿਹਾ, ਬਾਣੀ ਅੱਗੇ ਕਿਸੇ ਨਾ ਕਿਸੇ ਤਰ੍ਹਾਂ ਚੱਲਦੀ ਰਹੀ। ਤਾਂ ਇਸੇ ਕਰਕੇ ਇਹ ਜਿਹੜਾ ਮਹਾਨ ਖਜ਼ਾਨਾ ਸੀ, ਇਹ ਸਤਿਗੁਰੂ ਕਬੀਰ ਸਾਹਿਬ ਜੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ, ਧੰਨਾ ਜੀ, ਹੋਰ ਮਹਾਂਪੁਰਸ਼ਾਂ ਦੇ ਪਾਸ, ਜਿਨ੍ਹਾਂ ਨੇ ਆਪਣੇ ਆ ਗਿਆ, ਜਿਨ੍ਹਾਂ ਨੇ ਆਪਣੀ ਬਾਣੀ ਅੰਦਰ ਇਸ ਮਹਾਨ ਖਜ਼ਾਨੇ ਨੂੰ ਹੋਰ ਵੀ ਪ੍ਰਫੁੱਲਿਤ ਕੀਤਾ, ਹੋਰ ਵੀ ਵੱਧ ਕੇ ਸੰਤ ਨਾਮਦੇਵ ਜੀ ਦੀ ਉਹੀ ਵਿਚਾਰਧਾਰਾ, ਕਿਹੜੀ ਬਰਾਬਰਤਾ ਵਾਲੀ, ਸਮਾਨਤਾ ਵਾਲੀ, ਪਿਆਰ ਪ੍ਰੇਮ ਵਾਲੀ, ਰੂਹਾਨੀ ਨੂਰ ਜਿਹੀ, ਉਹਨਾਂ ਦੀ ਕਸੌਟੀ ਨੂੰ, ਉਹਨਾਂ ਦੇ ਮੈਸੇਜ ਨੂੰ, ਉਹਨਾਂ ਦੇ ਇਸ ਖਜ਼ਾਨੇ ਭਰਪੂਰ ਕਸੌਟੀ ਨੂੰ ਗੁਰੂ ਕਬੀਰ ਸਾਹਿਬ, ਸਤਿਗੁਰੂ ਰਵਿਦਾਸ, ਸੰਤ ਧੰਨਾ ਜੀ, ਬਾਬਾ ਧੰਨਾ ਜੀ ਵੀ ਕਈ ਕਹਿੰਦੇ ਨੇ, ਇਹਨਾਂ ਸਭ ਮਹਾਂਪੁਰਸ਼ਾਂ ਨੇ ਉਸ ਚੀਜ਼ ਨੂੰ ਅੱਗੇ ਤੋਰਿਆ ਤੇ ਉਸ ਨੂੰ ਹੋਰ ਵੀ 4 ਚੰਨ ਲਾ ਦਿੱਤੇ। ਤੋ ਬਿਲਕੁਲ ਸੰਤ ਨਾਮਦੇਵ ਜੀ ਦੀ ਫਿਰ ਇਹਨਾਂ ਨੇ ਸਿਫਤ ਕਰਦਿਆਂ ਹੋਇਆਂ, ਸਤਿਗੁਰੂ ਕਬੀਰ ਸਾਹਿਬ ਜੀ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਸੰਤ ਨਾਮਦੇਵ ਜੀ ਰੱਬ ਦੀ ਸਹਿਜ ਅਵਸਥਾ ਵਾਲੀ ਪ੍ਰੇਮਾ ਭਗਤੀ ਦੇ ਉਹ ਫੁਆਰੇ ਸਨ, ਭਾਵ ਮੁਜੱਸਮੇ ਸਨ। ਜਦ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਸੰਤ ਨਾਮਦੇਵ ਜੀ ਦੀ ਸਿਫਤ ਕਰਦੇ ਹੋਏ ਮਹਾਰਿਸ਼ੀ ਵਿਆਸ ਅਤੇ ਸਨਕ ਦੇ ਨਾਲ ਤੁਲਨਾ ਕਰਦੇ ਹਨ। ਤੋ ਬਿਲਕੁਲ ਇਸੇ ਕਰਕੇ ਸੰਤ ਨਾਮਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਿਦਮਾਨ ਬਾਣੀ ਜੋ ਹੈ, ਜੋ ਕਿ
18 ਰਾਗਾਂ ਦੇ ਵਿੱਚ 18 ਰਾਗਾਂ ਦੇ ਵਿੱਚ ਤੇ 61 ਆਪ ਜੀ ਦੀਆਂ 61 ਸ਼ਬਦ ਹਨ ਜੋ ਕਿ ਹਰ ਪ੍ਰਾਣੀ ਨੂੰ ਸਮਤਾ ਤੇ ਭਾਈਚਾਰੇ ਦੀ ਪ੍ਰੇਰਣਾ ਦਿੰਦਾ ਹੈ। ਸਮੂਹ ਇਸ ਜਗਤ ਨੂੰ, ਸਮੂਹ ਇਨਸਾਨੀਅਤ ਨੂੰ ਜੋ ਕਿ ਇੱਕਮਿਕ ਹੋ ਕੇ ਬੈਠੇ। ਲਓ ਜੀ, ਇੱਥੇ ਦਾਸ ਮਾਧੋ ਬਲਵੀਰਾ ਆਪ ਜੀ ਤੋਂ ਇਜਾਜ਼ਤ ਲੈਂਦਾ ਹੈ। ਆਪ ਜੀ ਨੂੰ ਫਿਰ ਬਹੁਤ ਬਹੁਤ ਮੁਬਾਰਕਬਾਦ ਹੋਵੇ, ਕਿਉਂਕਿ 26 ਅਕਤੂਬਰ ਸਨ 2024 ਦਾਸ ਤੋਂ ਇਸ ਕਰਕੇ ਸਭੀ ਸੰਤਾਂ ਮਹਾਂਪੁਰਸ਼ਾਂ ਨੂੰ ਕੋਟਮ-ਕੋਟ ਦਾਸ ਵੱਲੋਂ ਪ੍ਰਣਾਮ, ਉਹਨਾਂ ਨੂੰ ਨਤਮਸਤਕ, ਤੇ ਸਭ ਸਮਾਜ ਨੂੰ, ਸਭ ਜਗਤ ਨੂੰ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਵਧਾਈ ਹੋਵੇ। ਸੋਹੰ ਜੈ ਗੁਰਦੇਵ, ਨਮਸਤੇ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ।